ਸਰ ਜੀ, ਇਹ ਗੱਲ ਤੇ ਦੱਸੋ, जी जी पूछो। ਜਿਹੜਾ ਕੱਲ ਕੌਮੀ ਅਸੈਂਬਲੀ ਦੇ ਵਿੱਚ ਬਿੱਲ ਪਾਸ ਹੋਇਆ, ਇਹਦਾ ਆਵਾਮ ਨੂੰ ਕੀ ਫਾਇਦਾ ਹੋਏਗਾ? यार झल्ले आदमी ये आवाम वास्ते ही पास होया है और ये इन्ने फायदे आवाम नूं। तुहाडी तो सोच अल्लाह दे बंदे हो। देखो सब तो पहला की काम होया, ਜਿਹੜਾ ਚੀਫ ਜਸਟਿਸ ਆਫ ਪਾਕਿਸਤਾਨ ਸੀ ਨਾ, ਪਹਿਲੇ ਉਹ ਜਿਹੜਾ ਸੀਨੀਅਰ ਹੁੰਦਾ ਸੀ ਨਾ ਉਹੀ ਬਣ ਜਾਂਦਾ ਸੀ। ਹੁਣ ਇਹ ਕਿ ਉਹ ਜਿਹੜੇ ਤਿੰਨ ਹੋਣਗੇ ਨਾ ਸੀਨੀਅਰ ਜੱਜ, ਉਹਨਾਂ ਦੇ ਵਿੱਚੋਂ ਜਿਹੜਾ ਦਿਲ ਕਰੇਗਾ, ਉਹਨਾਂ ਦੇ ਵਿੱਚੋਂ ਜਿਹਨੂੰ ਦਿਲ ਕਰੇਗਾ ਵਜ਼ੀਰ ਆਜ਼ਮ ਉਹਨੂੰ ਫੜ ਕੇ ਚੀਫ ਜਸਟਿਸ ਬਣਾ ਦੇਗਾ। ਠੀਕ ਹੈ। ਹੁਣ ਉਹਦਾ ਆਵਾਮ ਨੂੰ ਕੀ ਫਾਇਦਾ ਹੋਏਗਾ? ਸਭ ਤੋਂ ਪਹਿਲੇ ਕਿ ਰੋਟੀ ਜਿਹੜੀ ਉਹ 5 ਰੁਪਏ ਦੀ ਹੋ ਜਾਏਗੀ। 5 ਰੁਪਏ ਦੀ? ਹਾਂ 5 ਰੁਪਏ ਦੀ। ਅੱਛਾ, ਉਹਦਾ ਦੂਸਰਾ ਫਾਇਦਾ ਇਹ ਹੋਣਾ ਕਿ ਪੈਟਰੋਲ ਤੁਹਾਡਾ ਨਾ ਇਹ 50 ਰੁਪਏ ਲੀਟਰ ਹੋ ਜਾਣਾ। 50 ਰੁਪਏ ਲੀਟਰ? ਹਾਂਜੀ, ਇਹ ਆਵਾਮ ਦਾ ਹੀ ਫਾਇਦਾ ਵਾ, ਤੁਹਾਨੂੰ ਸਮਝ ਬਿਲਕੁਲ ਨਹੀਂ ਜੀ, ਹੈ। ਬਿਲਕੁਲ। ਅੱਛਾ, ਉਸ ਤੋਂ ਬਾਅਦ ਉਹਦਾ ਤੀਸਰਾ ਫਾਇਦਾ ਕੀ ਹੋਣਾ? ਜਿਹੜੀ ਬਿਜਲੀ ਹੈ ਤੁਹਾਡਾ 5 ਰੁਪਏ ਯੂਨਿਟ ਹੋ ਜਾਣਾ। 5 ਰੁਪਏ ਯੂਨਿਟ? ਮੌਜਾਂ ਲੱਗ ਜਾਣੀਆਂ, ਏਸੀ ਚਲਾਓ ਸੁਬਾਹ ਦੁਪਹਿਰ ਸ਼ਾਮ ਜੋ ਮਰਜ਼ੀ ਕਰੋ। ਸੂਈ ਗੈਸ ਹੀ ਬੰਦ ਕਰਾ ਦਿਓ, ਹੀਟਰ ਲਾ ਲਓ, ਡਾਇਰੈਕਟ ਖਾਣੇ ਬਣਾਓ ਤੇ ਮੌਜਾਂ ਕਰੋ। ਅੱਛਾ, ਉਸ ਤੋਂ ਬਾਅਦ ਜਿਹੜਾ ਨੁਕਸਾਨ ਹੋਇਆ ਇਸ ਕੌਮ ਦਾ, ਉਹ ਨੁਕਸਾਨ ਇਹ ਆ ਕਿ ਜਿਹੜਾ ਚੀਫ ਜਸਟਿਸ ਆ ਉਹ ਇੱਕ ਪੜ੍ਹਿਆ ਲਿਖਿਆ ਆਦਮੀ ਆ। ਉਹਨੂੰ 12 ਐਸੇ ਬੰਦੇ ਸਿਲੈਕਟ ਕਰਨਗੇ, ਨੋਮੀਨੇਟ ਕਰਨਗੇ, ਜਿਹੜੇ ਜਾਂ ਮੈਟ੍ਰਿਕ ਪਾਸ ਹੋਣਗੇ ਜਾਂ ਮੈਟ੍ਰਿਕ ਫੇਲ ਹੋਣਗੇ। 12 ਬੰਦਿਆਂ ਦੀ ਕਮੇਟੀ ਅੱਲਾ ਦੇ ਬੰਦੇ ਆ। ਚੀਫ ਜਸਟਿਸ ਜਿਹੜਾ ਉਹ ਤਾਂ ਹੁਣ ਮੈਂ ਕਹਿੰਦਾ ਮੁਲਕ ਦੇ ਵਾਸਤੇ ਬਹੁਤ ਫਾਇਦੇਮੰਦ ਹੋ ਗਿਆ। ਉਸ ਤੋਂ ਜਿਹੜਾ ਅਗਲਾ ਫਾਇਦਾ ਵਾ, ਅਗਲਾ ਫਾਇਦਾ ਇਹ ਹੈ ਕਿ ਚੀਫ ਜਸਟਿਸ ਹੁਣ ਸੁਪਰੀਮ ਕੋਰਟ 'ਚ ਨਹੀਂ ਬਹਿਣਾ, ਇਹ ਹੁਣ ਹਰ ਮਹੱਲੇ 'ਚ ਜਾਇਆ ਕਰੇਗਾ। ਕਿਸੇ ਦੇ ਨਾਲ ਕੋਈ ਚੋਰੀ ਹੋਈ, ਕਿਸੇ ਦੀ ਕੋਈ ਜ਼ਿਆਦਤੀ ਹੋਈ, ਕੋਈ ਜ਼ੁਲਮ ਹੋਇਆ, ਕੋਈ ਕਬਜ਼ਾ, ਇਹ ਉੱਥੇ ਬਹਿ ਕੇ ਫੈਸਲੇ ਕਰਿਆ ਕਰੇਗਾ। ਆਪ ਜਾਇਆ ਕਰੇਗਾ ਨਾਲ? ਖੁਦ ਘਰਾਂ ਵਿੱਚ ਜਾਇਆ ਕਰੇਗਾ। ਇਹਨੂੰ ਹੁਣ ਸੁਪਰੀਮ ਕੋਰਟ 'ਚ ਬਿਠਾਣਾ ਹੀ ਨਹੀਂ। ਬੜੀ ਗੱਲ ਇਹਨੇ ਹੈ। ਸਾਈਕਲ ਦੇ ਦੇਣੀ, ਉਹਨਾਂ ਨੇ ਸਾਈਕਲ ਲੈ ਕੇ ਹਰ ਮਹੱਲੇ 'ਚ ਹਰ ਪਿੰਡ 'ਚ ਇਹਦੇ ਦੌਰੇ ਹੋਣਗੇ, ਉੱਥੇ ਬਹਿ ਕੇ ਲੋਕਾਂ ਨੂੰ ਫਾਂਸੀਆਂ ਲਾਇਆ ਕਰੇਗਾ। ਜਿਹਦੀ ਕੋਈ ਚੋਰੀ ਕਰ ਲਈ, ਕੋਈ ਕਤਲ ਹੋ ਗਿਆ, ਜ਼ਮੀਨ ਦਾ ਕਬਜ਼ਾ, ਇਹ ਕਬਜ਼ਾ ਹੋ ਗਿਆ, ਟਰੈਕਟਰ ਟਰਾਲੀ ਇਹਦੇ ਨਾਲ ਹੀ ਹੋਣਾ। ਇਹਨੇ ਜਨਾਬ ਉੱਥੇ ਇੱਕ ਟਰੈਕਟਰ 'ਚ ਬਹਿ ਜਾਣਾ, ਸਾਰੀ ਫਸਲਾਂ ਇਹਨੇ ਗਾਹ ਗੂ ਦੇਣੀਆਂ, ਕਬਜ਼ੇ ਖਤਮ ਕਰਾ ਦਿਆ ਕਰਨੇ। ਉਸ ਤੋਂ ਜਿਹੜਾ ਅਗਲਾ ਫਾਇਦਾ ਵਾ, ਜਿਹੜਾ ਇਸ ਕੌਮ ਨੂੰ ਬਿਲਕੁਲ ਹੀ ਨਹੀਂ ਪਤਾ, ਜੇ ਦੇਖੋ ਜਿਹੜਾ ਸੂਦ ਆ ਉਹ ਹਰਾਮ ਆ। ਹਾਂਜੀ ਸਹੀ ਹੈ, ਕੁਰਾਨ ਦੇ ਵਿੱਚ ਆਉਂਦਾ ਵੀ ਉਹ ਅੱਲਾ ਤੇ ਅੱਲਾ ਦੇ ਨਬੀ ਦੇ ਨਾਲ ਜੰਗ ਆ। ਹੁਣ ਸੂਦ ਦਾ ਕੀ ਹੋਣਾ ਕਿ ਸੂਦ ਹੁਣ 2028 ਤੱਕ ਨਾ ਹਲਾਲ ਹੋ ਗਿਆ। ਉਸ ਵਕਤ ਤੱਕ ਕਿਹੜਾ ਜੀਵੇ ਕਿਹੜਾ ਮਰੇ ਕੋਈ ਪਤਾ ਨਹੀਂ। ਮਜ਼ਹਬੀ ਬਿਲਕੁਲ ਇਸਲਾਮੀ ਹੈ ਸ਼ਿਕਾ। ਇਸਲਾਮ ਦੇ ਮੁਤਾबिक ਹੋਣੇ ਕਿ 2028 ਤੱਕ ਨਾ ਤੁਸੀਂ ਅੰਨੀ ਪਾ ਦਿਓ। ਸੂਦ ਕੀ ਲੁੱਟ ਮਾਰ, ਕਿਸ਼ਤਾਂ, ਮਸ਼ੀਨਾਂ, ਬੈਂਕਾਂ ਤੋਂ ਕਰਜ਼ੇ, ਬਲਕਿ ਮੈਂ ਤਾਂ ਕਹਿੰਦਾ ਤੁਸੀਂ ਬੈਂਕਾਂ ਤੋਂ ਕਰਜ਼ੇ ਲੈ ਲਓ, ਜਦੋਂ ਤੱਕ 28 ਆਣਾ ਤੇ ਵੈਸੇ ਹੀ ਖਤਮ ਹੋ ਜਾਣੇ, ਕਿਉਂਕਿ ਸੂਦ ਹਰਾਮ ਹੋ ਜਾਣਾ। ਹੁਣ ਹਲਾਲ ਆ, ਫਿਰ ਦੱਬੀ ਆਓ, ਕੰਮ ਨੂੰ ਚੁੱਕੀ ਆਓ, ਇੱਧਰੋਂ ਜਿੱਧਰੋਂ ਮਰਜ਼ੀ ਕਰੀ ਆਓ। ਹੁਣ ਹਲਾਲ ਹੋ ਗਿਆ, ਕਾਨੂੰਨ ਬਣ ਗਿਆ। ਇਸ ਵਾਸਤੇ ਨਾ ਉਹ ਸਿੱਖ ਦੇ ਫਾਇਦੇ ਬਹੁਤ ਆ, ਤੁਹਾਨੂੰ ਲੋਕਾਂ ਨੂੰ ਸਮਝ ਨਹੀਂ ਆਉਂਦੀ। ਅੱਗੇ ਦੇਖੋ ਨਾ, ਐਵੇਂ ਖਾਮਖਾ ਜਿਹੜਾ ਬੰਦਾ ਸੀਨੀਅਰ ਹੈ ਉਹਨੂੰ ਫੜ ਕੇ ਚੀਫ ਜਸਟਿਸ ਬਣਾ ਦਿਓ। ਹੁਣ ਇਹ ਕਿ ਕਮ ਸੇ ਕਮ ਚੀਫ ਜਸਟਿਸ ਵੀ ਹੈਗੇ ਨਾ, ਇੱਕ ਪੁਲ ਸਰਾਤ ਤੋਂ ਉਹਨੂੰ ਲੰਘਣਾ ਪੈਣਾ, ਉਹਨੂੰ ਆਪਣਾ ਇਮਤਿਹਾਨ ਦੇ ਕੇ ਆਉਣਾ ਪੈਣਾ। ਹੁਣ ਉਹਨੂੰ ਪਤਾ ਨਹੀਂ ਕੀ ਕੁਛ ਕਰਨਾ ਪੈਣਾ। ਲੇਕਿਨ ਆਵਾਮ ਦੇ ਬਹੁਤ ਫਾਇਦੇ ਹੈ। ਇਹ ਰੋਟੀ ਸਸਤੀ, ਪੈਟਰੋਲ, ਇਹ ਉਹ ਹਰ ਚੀਜ਼ ਅੱਲਾ ਦੇ ਬੰਦੇ ਆ। ਬਸ ਆ ਤੁਸੀਂ ਦੇਖੋ ਤਾਂ ਸਹੀ, 2-4 ਦਿਨਾਂ 'ਚ ਸਾਰੀ ਤਬਦੀਲੀ ਆ ਜਾਣੀ। ਚੀਫ ਜਸਟਿਸ ਤੁਹਾਡਾ ਸਾਈਕਲ 'ਤੇ ਆਏਗਾ, ਤੁਹਾਡੇ ਮਹੱਲੇ 'ਚ ਹੀ ਆਇਆ ਕਰੇਗਾ, ਹਰ ਕੰਮ ਬਿਹਤਰੀਨ ਹੋ ਜਾਣਾ। ਸਰ ਜੀ, ਇਹਦੇ ਤੇ ਬੜੇ ਫਾਇਦੇ ਆ। ਬਹੁਤ ਫਾਇਦੇ। ਲੋਕ ਬੇਵਕੂਫ, ਇਹਨਾਂ ਨੂੰ ਪਤਾ ਹੀ ਨਹੀਂ। ਐਸੇ ਜਾਹਿਲ ਲੋਕ ਆ, ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਇੱਕ ਜਨਾਬ ਚੀਫ ਜਸਟਿਸ ਜਿਹੜਾ ਇੰਨਾ ਵੱਡਾ ਉਹਨੂੰ ਮਰਤਬਾ ਦੇ ਦਿੱਤਾ, ਇੰਨਾ ਵੱਡਾ ਰੁਤਬਾ ਵਾ। ਹੁਣ ਤਾਂ ਜਨਾਬ ਕੋਈ ਚਿੜੀ ਨਹੀਂ ਪਰ ਮਾਰ ਸਕਦੀ। ਇਸ ਵਾਸਤੇ ਨਾ ਚੀਫ ਜਸਟਿਸ ਜਿਹੜਾ ਦੂਸਰਾ ਹੈ ਕਿ ਅੱਗੇ ਜੀ ਛੋਟੀ ਜਿਹੀ ਗੱਲ ਆ ਜੀ, ਸਮੋਸੇ ਵਾਲੇ ਦੇ ਜਨਾਬ ਸੂਆ ਮੋਟਾ ਹੋ ਗਿਆ, ਕਦੀ ਜਨਾਬ ਰੇਹੜੀ ਵਾਲੇ ਦੇ ਸੂਆ ਮੋਟਾ ਹੋ ਗਿਆ, ਕਦੀ ਪੁਲਿਸ ਵਾਲਿਆਂ ਦੇ ਸੂਆ ਮੋਟਾ ਹੋ ਗਿਆ। ਹੁਣ ਚੀਫ ਜਸਟਿਸ ਦੇ ਉਹਨਾਂ ਨੇ ਹੱਥ ਬੰਨ੍ਹ ਦਿੱਤੇ। ਉਹਨੇ ਕਿਹਾ ਵੀ ਚੀਫ ਜਸਟਿਸ ਸਾਹਿਬ ਤੁਸੀਂ ਆਪਣੀ ਔਕਾਤ 'ਚ ਰਹੋ, ਤੁਹਾਡੇ ਕੰਮ ਹੀ ਨਹੀਂ ਸੂਆ ਮੋਟਾ, ਯਾਨੀ ਕੋਈ ਮਰਦਾ ਮਰੀ ਜਾਵੇ, ਕੋਈ ਜੋ ਮਰਜ਼ੀ ਹੁਕੂਮਤ ਕਰੀ ਜਾਵੇ। ਹੁਣ ਚੀਫ ਜਸਟਿਸ ਸਾਹਿਬ ਪੁੱਛ ਨਹੀਂ ਸਕਦੇ। ਹਾਂ, ਇਹ ਜ਼ਰੂਰ ਹੈ ਚੀਫ ਜਸਟਿਸ ਦੀ ਨੌਕਰੀ ਬੜੀ ਸਿੱਧੀ ਹੋ ਗਈ। ਜਦੋਂ ਦਿਲ ਕਰੇ ਜਨਾਬ ਹੁਕੂਮਤ ਉਹਨੂੰ 3 ਸਾਲ ਦੀ ਐਕਸਟੈਂਸ਼ਨ ਦੇ ਦੇਵੇ, 65 ਸਾਲ ਤੱਕ ਉਹ ਜੀਵੇ ਮਰੇ ਜਨਾਬ, ਉਹ ਨੌਕਰੀ ਫੁੱਲ ਕਰੇਗਾ। ਬਿਹਤਰੀਨ ਹੋ ਗਿਆ। ਆਵਾਮ ਦਾ ਬਹੁਤ ਫਾਇਦਾ ਦੇ, ਲੇਕਿਨ ਆਵਾਮ ਬੇਵਕੂਫ, ਸਮਝ ਨਹੀਂ ਆਉਂਦੀ। ਸਾਡੀਆਂ ਗੱਲਾਂ ਤੁਹਾਨੂੰ ਪਤਾ ਕਿਸੇ ਬੰਦੇ ਨੂੰ ਸਮਝ ਨਹੀਂ ਆਉਂਦੀ।